हाँ जी बेटा, मेरे सारे प्यारे विद्यार्थियों ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। बेटा ਅੱਜ ਆਪਾਂ ਸ਼ੁਰੂ ਕਰਾਂਗੇ ਆਪਣੀ ਪੰਜਾਬੀ ਵਿਆਕਰਣ। ਠੀਕ ਹੈ। ਸੋ ਵਿਆਕਰਣ ਦੇ ਵਿੱਚ ਆਪਾਂ ਕਰਾਂਗੇ ਅੱਜ ਪਹਿਲਾ ਪਾਠ, ਜਿਸ ਦਾ ਨਾਮ ਹੈ ਭਾਸ਼ਾ, ਲਿਪੀ ਅਤੇ ਵਿਆਕਰਣ। ਸੋ ਇਸ ਪਾਠ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਕਿ ਭਾਸ਼ਾ ਕੀ ਹੁੰਦੀ ਹੈ, ਉਸ ਦੀ ਲਿਪੀ ਕਿਹੜੀ ਹੁੰਦੀ ਹੈ ਔਰ ਵਿਆਕਰਣ। ਠੀਕ ਹੈ। ਸੋ ਇਹਨਾਂ ਸਾਰਿਆਂ ਨੂੰ ਆਪਾਂ ਇੱਕ ਵਾਰੀ ਪੜਾਂਗੇ, ਇਹਨਾਂ ਦੀ ਇੰਟਰੋਡਕਸ਼ਨ ਕਰਾਂਗੇ। ਹਾਂਜੀ ਬੇਟੇ, ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਭਾਸ਼ਾ। ਠੀਕ ਹੈ ਕਿ ਭਾਸ਼ਾ ਕੀ ਹੁੰਦੀ ਹੈ। ਦੇਖੋ, ਭਾਸ਼ਾ ਇੱਕ ਸੰਚਾਰ ਦਾ ਸਾਧਨ ਹੁੰਦਾ ਹੈ। ਆਪਾਂ ਆਪਣੇ ਵਿਚਾਰ ਆਪਣੀ ਭਾਸ਼ਾ ਰਾਹੀਂ ਹੀ ਦੂਜਿਆਂ ਤੱਕ ਪਹੁੰਚਾਉਂਦੇ ਹਾਂ। ਆਪਾਂ ਦੋ ਤਰ੍ਹਾਂ ਨਾਲ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰ ਸਕਦੇ ਹਾਂ। ਇੱਕ ਹੁੰਦਾ ਹੈ ਬੋਲ ਕੇ, ਠੀਕ ਹੈ, ਦੂਜਾ ਹੁੰਦਾ ਹੈ ਲਿਖ ਕੇ। ਦੇਖੋ, ਇਸ ਤਸਵੀਰ ਦੇ ਵਿੱਚ ਇੱਕ ਅਧਿਆਪਕ ਆਪਣੇ ਜੋ ਪਾਠ ਪੜ੍ਹਾ ਰਹੇ ਹਨ ਉਹ ਬੋਲ ਕੇ ਪੜ੍ਹਾ ਰਹੇ ਹਨ। ਸੋ ਇਹ ਤਾਂ ਹੈ ਮੌਖਿਕ ਸਾਧਨ ਭਾਸ਼ਾ ਦਾ। ਕਿਸੇ ਨੂੰ ਵੀ ਗੱਲ ਸਮਝਾਉਣੀ ਹੈ ਤਾਂ ਆਪਾਂ ਬੋਲ ਕੇ ਸਮਝਾ ਸਕਦੇ ਹਾਂ। ਦੂਜਾ ਹੁੰਦਾ ਹੈ ਲਿਖ ਕੇ। ਜਦੋਂ ਆਪਾਂ ਕੋਈ ਗੱਲ ਬੋਲ ਕੇ ਨਹੀਂ ਦੱਸਦੇ, ਅਗਰ ਲਿਖ ਵੀ ਦਿੰਦੇ ਹਾਂ ਤਾਂ ਅਗਲਾ ਆਪਣੀ ਗੱਲ ਨੂੰ ਸਮਝ ਜਾਂਦਾ। ਆਪਾਂ ਕਿਸੇ ਨੂੰ ਵੀ ਕੋਈ ਆਪਣੇ ਵਿਚਾਰ ਸਮਝਾਉਣੇ ਹੋਣ ਤਾਂ ਆਪਾਂ ਉਹਨੂੰ ਲਿਖ ਕੇ ਵੀ ਸਮਝਾ ਸਕਦੇ ਹਾਂ। ਸੋ ਭਾਸ਼ਾ ਇੱਕ ਅਜਿਹਾ ਸੰਚਾਰ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਸਰਿਆਂ ਨਾਲ ਸਾਂਝੇ ਕਰਦੇ ਹਾਂ। ਸੋ ਇਸੇ ਤਰ੍ਹਾਂ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਇੱਕ ਹੁੰਦਾ ਹੈ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ, ਮਤਲਬ ਜਿਹਦੇ ਵਿੱਚ ਆਪਾਂ ਬੋਲ ਕੇ ਆਪਣੇ ਵਿਚਾਰ ਦੂਸਰੇ ਅੱਗੇ ਪ੍ਰਗਟ ਕਰਦੇ ਹਾਂ, ਬੋਲ ਕੇ ਆਪਣੀ ਗੱਲ ਨੂੰ ਸਮਝਾਉਂਦੇ ਹਾਂ। ਦੂਜਾ ਹੁੰਦਾ ਹੈ ਲਿਖਤੀ ਭਾਸ਼ਾ। ਲਿਖਤੀ ਭਾਸ਼ਾ ਜਿਹਦੇ ਵਿੱਚ ਬੋਲ ਕੇ ਵਿਚਾਰ ਸਾਂਝੇ ਨਹੀਂ ਕੀਤੇ ਜਾਂਦੇ, ਆਪਾਂ ਲਿਖ ਕੇ ਆਪਣੀ ਗੱਲ ਸਮਝਾਉਂਦੇ ਹਾਂ ਤਾਂ ਉਸਨੂੰ ਕਹਿੰਦੇ ਹਨ ਲਿਖਤੀ ਭਾਸ਼ਾ। ਸੋ ਇਸੇ ਤਰ੍ਹਾਂ ਹੀ ਆਪਾਂ ਪੂਰੀ ਇਸ ਦੀ ਪਰਿਭਾਸ਼ਾ ਪੜਾਂਗੇ ਕਿ ਮੌਖਿਕ ਭਾਸ਼ਾ ਕੀ ਹੁੰਦੀ ਹੈ। ਜਦੋਂ ਅਸੀਂ ਆਪਣੀ ਗੱਲਬਾਤ ਬੋਲ ਕੇ ਕਰਦੇ ਹਾਂ ਤਾਂ ਇਸ ਨੂੰ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ। ਔਰ ਦੇਖੋ, ਇਹਦੇ ਵਿੱਚ ਦੋ ਲੜਕੀਆਂ ਹਨ ਚਿੱਤਰ ਦੇ ਵਿੱਚ, ਇੱਕ ਦੂਜੇ ਨਾਲ ਗੱਲਾਂ ਕਰ ਰਹੀਆਂ ਹਨ ਤਾਂ ਇਹ ਕਿਹੜੀ ਭਾਸ਼ਾ ਦੀ ਵਰਤੋਂ ਕਰ ਰਹੀਆਂ ਹਨ? ਇਹ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਦੀ ਵਰਤੋਂ ਕਰ ਰਹੀਆਂ ਹਨ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੌਖਿਕ ਭਾਸ਼ਾ ਦਾ ਜਿਹੜਾ ਕੰਸੈਪਟ ਹੈ ਉਹ ਸਮਝ ਆ ਗਿਆ ਹੋਊਗਾ ਕਿ ਭਾਸ਼ਾ ਹੁੰਦੀ ਹੈ, ਹਰ ਇੱਕ ਦੀ ਭਾਸ਼ਾ ਅਲੱਗ-ਅਲੱਗ ਹੁੰਦੀ ਹੈ। ਠੀਕ ਹੈ, ਮਤਲਬ ਲੈਂਗੁਏਜ ਜਿਹੜੀ ਹੈ ਉਹ ਅਲੱਗ-ਅਲੱਗ ਹੋ ਸਕਦੀ ਹੈ, ਪਰ ਜਿਹੜਾ ਉਹਦਾ ਸਾਧਨ ਹੈ ਉਹਦੀਆਂ ਕਿਸਮਾਂ ਦੋ ਹੀ ਹੁੰਦੀਆਂ ਹੈ। ਕਿਸੇ ਵੀ ਲੈਂਗੁਏਜ ਦੇ ਵਿੱਚ ਆਪਾਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਏ ਤਾਂ ਆਪਾਂ ਦੋ ਤਰੀਕਿਆਂ ਨਾਲ ਸਮਝਾ ਸਕਦੇ ਹਾਂ, ਇੱਕ ਬੋਲ ਕੇ ਔਰ ਦੂਸਰੀ ਲਿਖ ਕੇ। ਪਹਿਲਾ ਜੋ ਇਹਦੀ ਕਿਸਮ ਹੈ ਉਹ ਹੈ ਮੌਖਿਕ ਭਾਸ਼ਾ, ਠੀਕ ਹੈ, ਜਿਹਦੇ ਵਿੱਚ ਆਪਾਂ ਬੋਲ ਕੇ ਆਪਣੀ ਗੱਲ ਸਮਝਾਉਂਦੇ ਹਾਂ। ਦੂਜੀ ਭਾਸ਼ਾ ਦੀ ਕਿਸਮ ਆਉਂਦੀ ਹੈ ਲਿਖਤੀ ਭਾਸ਼ਾ। ਇਸੇ ਤਰ੍ਹਾਂ ਹੀ ਭਾਸ਼ਾ ਦਾ ਦੂਜਾ ਪ੍ਰਕਾਰ ਆਉਂਦਾ ਹੈ ਲਿਖਤੀ ਭਾਸ਼ਾ। ਜਦੋਂ ਅਸੀਂ ਆਪਣੇ ਭਾਵਾਂ ਜਾਂ ਵਿਚਾਰਿਆਂ ਨੂੰ ਲਿਖ ਕੇ ਦੂਸਰੇ ਸਾਹਮਣੇ ਪ੍ਰਗਟ ਕਰਦੇ ਹਾਂ ਤੇ ਦੂਸਰਾ ਉਸ ਨੂੰ ਪੜ੍ਹ ਕੇ ਸਮਝਦਾ ਹੈ ਤਾਂ ਉਸ ਨੂੰ ਭਾਸ਼ਾ ਦਾ ਲਿਖਤੀ ਰੂਪ ਕਿਹਾ ਜਾਂਦਾ ਹੈ। ਸੋ ਲਿਖ ਕੇ ਆਪਣੀ ਗੱਲ ਸਮਝਾਉਣਾ ਹੁੰਦਾ ਹੈ ਭਾਸ਼ਾ ਦਾ ਲਿਖਤੀ ਰੂਪ। ਸੋ ਇਹ ਸੀ ਭਾਸ਼ਾ ਦੀਆਂ ਦੋ ਕਿਸਮਾਂ ਕਿ ਅਸੀਂ ਆਪਣੀ ਗੱਲ ਕਿੱਦਾਂ ਸਮਝਾ ਸਕਦੇ। ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਇੱਕ ਹੁੰਦੀ ਹੈ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਔਰ ਦੂਸਰੀ ਹੈ ਲਿਖਤੀ ਭਾਸ਼ਾ। ਇਸ ਦੇ ਨਾਲ ਹੀ ਆਪਾਂ ਆਪਣੀ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਸਮਝਾ ਸਕਦੇ ਹਾਂ, ਜਿੱਦਾਂ ਕਿ ਆਪਾਂ ਸੰਕੇਤਾਂ ਦੇ ਨਾਲ ਵੀ ਆਪਣੀ ਗੱਲ ਨੂੰ ਸਮਝਾ ਸਕਦੇ ਹਾਂ। ਜਿਵੇਂ ਕੋਈ ਆਪਾਂ ਹੱਥਾਂ ਦੇ ਨਾਲ ਕੁਝ ਵੀ ਐਕਟੀਵਿਟੀ ਕਰਦੇ ਹਾਂ ਤਾਂ ਅਗਲਾ ਆਪਣੀ ਗੱਲ ਸਮਝ ਜਾਂਦਾ ਹੈ। ਔਰ ਇੱਕ ਹੋਰ ਹੁੰਦਾ ਹੈ ਕਿ ਸੜਕ ਦੇ ਉੱਤੇ ਜਿੱਦਾਂ ਕਿ ਬੱਤੀਆਂ ਲੱਗੀਆਂ ਹੁੰਦੀਆਂ, ਇਹ ਸੰਕੇਤਿਕ ਭਾਸ਼ਾ ਦਾ ਉਦਾਹਰਣ ਹੈ ਕਿ ਇਹ ਬੱਤੀਆਂ ਬੋਲ ਕੇ ਤਾਂ ਆਪਾਂ ਨੂੰ ਕੁਝ ਨਹੀਂ ਦੱਸਦੀਆਂ ਹਨ, ਆਪਾਂ ਇਹਨਾਂ ਨੂੰ ਦੇਖ ਕੇ ਸਮਝਦੇ ਹਾਂ। ਕਿ ਜਿੱਦਾਂ ਕਿ ਹਰੀ ਬੱਤੀ ਹੁੰਦੀ ਹੈ ਤਾਂ ਹਰੀ ਬੱਤੀ ਸਾਨੂੰ ਪਤਾ ਹੈ ਕਿ ਕਿਸ ਗੱਲ ਦਾ ਇਸ਼ਾਰਾ ਕਰਦੀ ਹੈ, ਚੱਲਣ ਦਾ ਇਸ਼ਾਰਾ ਕਰਦੀ ਹੈ। ਔਰ ਅਗਰ ਪੀਲੀ ਬੱਤੀ ਹੁੰਦੀ ਹੈ ਤਾਂ ਇਸ ਕਿਸ ਗੱਲ ਦਾ ਇਸ਼ਾਰਾ ਕਰਦੀ ਹੈ ਕਿ ਚੱਲਣ ਲਈ ਤਿਆਰ ਰਹੋ। ਉਸ ਤੋਂ ਬਾਅਦ ਹੁੰਦੀ ਹੈ ਲਾਲ ਬੱਤੀ। ਠੀਕ ਹੈ, ਲਾਲ ਬੱਤੀ ਜਦੋਂ ਸਾਈਨ ਹੁੰਦਾ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਰੁਕ ਜਾਓ। ਸੋ ਇਹ ਹੈ ਸੰਕੇਤਕ ਭਾਸ਼ਾ ਕਿ ਇਹਦੇ ਸੰਕੇਤਾਂ ਰਾਹੀਂ ਅਸੀਂ ਸਮਝਦੇ ਹਾਂ ਕਿ ਉਹ ਕੀ ਕਹਿਣਾ ਚਾਹ ਰਿਹਾ। ਇਸੇ ਤਰ੍ਹਾਂ ਆਪਣੇ ਮਨ ਦੇ ਹਾਵ ਭਾਵ ਵੀ, ਆਪਣੇ ਹੱਥਾਂ ਪੈਰਾਂ ਦੇ ਅੱਖਾਂ ਦੇ ਇਸ਼ਾਰੇ ਵੀ ਹੁੰਦੇ ਆ, ਜਿਹਦੇ ਨਾਲ ਕਿ ਅਸੀਂ ਆਪਣੀਆਂ ਗੱਲਾਂ ਨੂੰ ਸਮਝਾ ਸਕਦੇ ਹਾਂ। ਠੀਕ ਹੈ, ਅੱਗੇ ਹੁੰਦਾ ਹੈ ਕਿ ਭਾਸ਼ਾ ਬੱਚਾ ਕਿੱਥੋਂ ਸਿੱਖਦਾ, ਕਿਹੜੀ ਭਾਸ਼ਾ ਹੁੰਦੀ ਹੈ, ਕਈ ਪ੍ਰਕਾਰ ਹੁੰਦੇ ਆ ਭਾਸ਼ਾ ਦੇ। ਇੱਕ ਹੁੰਦੀ ਹੈ ਮਾਂ ਬੋਲੀ।
ਮਾਂ ਬੋਲੀ ਉਹ ਹੁੰਦੀ ਹੈ ਜਿਹੜੀ ਕਿ ਬੱਚਾ ਆਪਣੇ ਘਰ ਵਿੱਚੋਂ ਸਿੱਖਦਾ ਹੈ। ਜਿਹੜੀ ਬੋਲੀ ਆਪਣੇ ਘਰੇ ਬੋਲੀ ਜਾਂਦੀ, ਘਰ ਦੇ ਮਾਹੌਲ ਤੋਂ, ਆਪਣੇ ਮਾਪਿਆਂ ਤੋਂ ਜਿਹੜੀ ਭਾਸ਼ਾ ਸਿੱਖੀ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਮਾਂ ਬੋਲੀ। ਠੀਕ ਹੈ। ਔਰ ਦੂਸਰਾ ਹੁੰਦਾ ਹੈ ਰਾਜ ਭਾਸ਼ਾ। ਰਾਜ ਭਾਸ਼ਾ ਕਿਸੇ ਵੀ ਸੂਬੇ ਜਾਂ ਪ੍ਰਾਂਤ ਦੀ ਪ੍ਰਵਾਨਿਤ ਭਾਸ਼ਾ ਨੂੰ ਰਾਜ ਭਾਸ਼ਾ ਕਿਹਾ ਜਾਂਦਾ ਹੈ। ਜਿੱਦਾਂ ਕਿ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹ ਹੈ ਪੰਜਾਬੀ, ਔਰ ਕਰਨਾਟਕਾ ਦੀ ਹੈ ਕੰਨੜ। ਸੋ ਜਿਹੜੀ ਭਾਸ਼ਾ ਆਪਣੀ ਜਿਹੜੀ ਸਟੇਟ ਹੁੰਦੀ ਹੈ, ਜਿੱਥੇ ਆਪਾਂ ਰਹਿ ਰਹੇ ਹੁੰਦੇ ਹਾਂ, ਉੱਥੋਂ ਆਪਾਂ ਸਿੱਖਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਰਾਜ ਭਾਸ਼ਾ। ਸਭ ਤੋਂ ਪਹਿਲੀ ਆਉਂਦੀ ਹੈ ਮਾਂ ਬੋਲੀ, ਜਿਹੜੀ ਕਿ ਆਪਾਂ ਆਪਣੇ ਪਰਿਵਾਰ ਤੋਂ ਸਿੱਖਦੇ ਹਾਂ। ਦੂਸਰੀ ਆਉਂਦੀ ਹੈ ਰਾਜ ਭਾਸ਼ਾ, ਜਿਹੜੀ ਕਿ ਆਪਾਂ ਆਪਣੀ ਸਟੇਟ, ਜਿੱਥੇ ਆਪਾਂ ਰਹਿ ਰਹੇ ਹਾਂ, ਉੱਥੋਂ ਸਿੱਖਦੇ ਹਾਂ। ਔਰ ਤੀਜੀ ਆਉਂਦੀ ਹੈ ਰਾਸ਼ਟਰੀ ਭਾਸ਼ਾ, ਨੈਸ਼ਨਲ ਲੈਂਗੁਏਜ, ਜਿਹੜੀ ਆਪਾਂ ਆਪਣੇ ਦੇਸ਼ ਦੇ ਵਿੱਚੋਂ ਸਿੱਖਦੇ ਹਾਂ, ਜਿਹੜੀ ਆਪਣੇ ਦੇਸ਼ ਦੀ ਭਾਸ਼ਾ ਹੁੰਦੀ ਹੈ। ਆਪਣੇ ਦੇਸ਼ ਦੀ, ਆਪਣੇ ਭਾਰਤ ਦੀ ਰਾਜ ਭਾਸ਼ਾ ਕਿਹੜੀ ਹੈ? ਹਿੰਦੀ ਹੈ। ਹਰ ਦੇਸ਼ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ। ਠੀਕ ਹੈ। ਜਿੱਦਾਂ ਕਿ ਔਰ ਜਿਹੜੀ ਵੀ ਆਪਣੀ ਰਾਸ਼ਟਰੀ ਭਾਸ਼ਾ ਹੁੰਦੀ ਹੈ ਉਹ ਪੂਰੇ ਦੇਸ਼ ਵਿੱਚ ਸਮਝੀ ਜਾਂਦੀ ਹੈ। ਠੀਕ ਹੈ। ਔਰ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ 14 ਸਤੰਬਰ 1949 ਨੂੰ ਆਰਟੀਕਲ ਅਨੁਛੇਦ 343 ਅਧੀਨ ਹਿੰਦੀ ਭਾਸ਼ਾ ਨੂੰ ਭਾਰਤ ਦੀ ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ। ਇਸ ਕਾਰਨ ਹੀ ਹਰ ਸਾਲ 14 ਨਵੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਅਗਲੀ ਆਉਂਦੀ ਹੈ ਇੰਟਰਨੈਸ਼ਨਲ ਲੈਂਗੁਏਜ, ਅੰਤਰਰਾਸ਼ਟਰੀ ਭਾਸ਼ਾ। ਸੋ ਆਪਣੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ। ਠੀਕ ਹੈ। ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿੱਚ ਬੋਲੀ ਜਾਂਦੀ ਹੈ ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਰਾਸ਼ਟਰੀ ਭਾਸ਼ਾ ਜਿਹੜੀ ਇੱਕ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ, ਸਾਰੇ ਮਤਲਬ ਇੱਕ ਦੇਸ਼ ਦੇ ਸਾਰੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਹੈ ਰਾਸ਼ਟਰੀ ਭਾਸ਼ਾ। ਔਰ ਅੰਤਰਰਾਸ਼ਟਰੀ ਭਾਸ਼ਾ ਹੁੰਦੀ ਹੈ ਜਿਹੜੀ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਬੋਲੀ ਜਾਂਦੀ ਹੈ। ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿੱਚ ਬੋਲੀ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਅੰਤਰਰਾਸ਼ਟਰੀ ਭਾਸ਼ਾ। ਸੋ ਅਜੋਕੇ ਸਮੇਂ ਵਿੱਚ ਅੰਗਰੇਜ਼ੀ ਭਾਸ਼ਾ ਹੀ ਜਿਹੜੀ ਹੈ ਅੰਤਰਰਾਸ਼ਟਰੀ ਭਾਸ਼ਾ ਵਜੋਂ ਵਰਤੀ ਜਾਂਦੀ ਹੈ। ਸੋ ਇਹ ਸੀ ਸਾਡੀ ਸਭ ਤੋਂ ਪਹਿਲਾਂ ਬੋਲੀ ਦੀਆਂ ਕਿਸਮਾਂ ਕਿ ਕਿਹੜੀ-ਕਿਹੜੀ। ਇੱਕ ਤਾਂ ਹੁੰਦੀ ਹੈ ਮਾਂ ਬੋਲੀ, ਫਿਰ ਆਉਂਦੀ ਹੈ ਰਾਜ ਭਾਸ਼ਾ, ਫਿਰ ਆਉਂਦੀ ਹੈ ਰਾਸ਼ਟਰੀ ਭਾਸ਼ਾ, ਉਸ ਤੋਂ ਬਾਅਦ ਆਉਂਦੀ ਹੈ ਅੰਤਰਰਾਸ਼ਟਰੀ ਭਾਸ਼ਾ। ਬੇਟਾ ਹਰ ਇੱਕ ਭਾਸ਼ਾ ਦੀਆਂ ਵੀ ਅੱਗੇ ਕਈ ਸਾਰੀਆਂ ਉਪ ਭਾਸ਼ਾਵਾਂ ਹੁੰਦੀਆਂ ਹਨ। ਭਾਸ਼ਾ ਇੱਕ ਹੁੰਦੀ ਹੈ ਪਰ ਉਸ ਦੀਆਂ ਉਪ ਭਾਸ਼ਾਵਾਂ ਕਈ ਹੁੰਦੀਆਂ ਹਨ। ਜਿੱਦਾਂ ਕਿ ਦੇਖੋ ਪੰਜਾਬ ਦੀ ਜਿਹੜੀ ਭਾਸ਼ਾ ਹੈ ਉਹ ਹੈ ਪੰਜਾਬੀ, ਪਰ ਇਸ ਦੀਆਂ ਉਪ ਭਾਸ਼ਾਵਾਂ ਅੱਗੇ ਅਲੱਗ-ਅਲੱਗ ਹਨ। ਜਿੱਦਾਂ ਕਿ ਪੰਜਾਬ ਦੇ ਵੀ ਵੱਖ-ਵੱਖ ਇਲਾਕੇ ਹਨ, ਉੱਥੇ ਅਲੱਗ-ਅਲੱਗ ਮਤਲਬ ਬੋਲੀ ਹੁੰਦੀ ਪੰਜਾਬੀ ਹੈ, ਪਰ ਥੋੜ੍ਹੇ-ਥੋੜ੍ਹੇ ਫਰਕ ਦੇ ਨਾਲ ਬੋਲੀ ਜਾਂਦੀ ਹੈ, ਉਸ ਨੂੰ ਉਪ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬ ਦੇ ਵਿੱਚ 8 ਉਪ ਭਾਸ਼ਾਵਾਂ ਹਨ। ਕਿਹੜੀਆਂ-ਕਿਹੜੀਆਂ ਹਨ? ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ, ਪਟਿਆਲੀ। ਸੋ ਇਹ ਹਨ ਉਪ ਭਾਸ਼ਾਵਾਂ ਜਿਹੜੀਆਂ ਕਿ ਪੰਜਾਬ ਦੀਆਂ ਹਨ 8। ਔਰ ਇਹ ਕਿੱਥੇ-ਕਿੱਥੇ ਬੋਲੀਆਂ ਜਾਂਦੀਆਂ ਹਨ? ਸਭ ਤੋਂ ਪਹਿਲਾਂ ਹੁੰਦਾ ਹੈ ਮਾਝੀ ਭਾਸ਼ਾ। ਦੇਖੋ ਇਹ ਉਪ ਭਾਸ਼ਾ ਦੀ ਕਿਸਮ ਹੈ। ਭਾਸ਼ਾ ਕਿਹੜੀ ਹੈ? ਪੰਜਾਬੀ। ਇਸ ਦੀਆਂ ਇਹ ਹਨ ਉਪ ਭਾਸ਼ਾਵਾਂ। ਠੀਕ ਹੈ। ਮਾਝੀ ਭਾਸ਼ਾ, ਜਿਹੜੀ ਮਾਝੀ ਉਪ ਭਾਸ਼ਾ ਕਿੱਥੇ-ਕਿੱਥੇ ਬੋਲੀ ਜਾਂਦੀ ਹੈ? ਕਿਹੜੇ ਇਲਾਕਿਆਂ ਵਿੱਚ? ਅੰਮ੍ਰਿਤਸਰ ਦੇ ਵਿੱਚ ਬੋਲੀ ਜਾਂਦੀ ਹੈ, ਤਰਨਤਾਰਨ ਦੇ ਵਿੱਚ ਬੋਲੀ ਜਾਂਦੀ ਹੈ, ਗੁਰਦਾਸਪੁਰ ਦੇ ਵਿੱਚ ਬੋਲੀ ਜਾਂਦੀ ਹੈ, ਗੁਜਰਾਂਵਾਲਾ, ਲਾਹੌਰ, ਸਿਆਲਕੋਟ, ਪਾਕਿਸਤਾਨ। ਠੀਕ ਹੈ। ਅੱਗੇ ਆਉਂਦੀ ਹੈ ਦੁਆਬੀ ਭਾਸ਼ਾ। ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਦੁਆਬਾ। ਫਿਰ ਆਉਂਦੀ ਹੈ ਮਲਵਈ। ਮਲਵਈ ਮਾਲਵਾ ਇਲਾਕਾ, ਜਿੱਦਾਂ ਕਿ ਲੁਧਿਆਣਾ, ਫਿਰੋਜ਼ਪੁਰ, ਮੋਗਾ, ਬਠਿੰਡਾ, ਮੁਕਤਸਰ, ਮਾਨਸਾ, ਫਰੀਦਕੋਟ, ਸੰਗਰੂਰ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਕੁਝ ਹਿੱਸੇ। ਇਹ ਸਾਰੇ ਬੇਟਾ ਪੰਜਾਬ ਦੇ ਹੀ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਕਿ ਇਹ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਔਰ ਪੁਆਧੀ ਭਾਸ਼ਾ ਰੋਪੜ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਸੰਗਰੂਰ ਦੇ ਕੁਝ ਭਾਗ, ਹਰਿਆਣਾ ਅਤੇ ਅੰਬਾਲਾ ਜ਼ਿਲ੍ਹੇ ਦੇ ਕੁਝ ਭਾਗ। ਅਗਲੀ ਆਉਂਦੀ ਹੈ ਪੋਠੋਹਾਰੀ। ਪੋਠੋਹਾਰੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ? ਪਾਕਿਸਤਾਨ ਵਿਚਲਾ ਪੋਠੋਹਾਰ ਦਾ ਇਲਾਕਾ ਜੋ ਰਾਵਲਪਿੰਡੀ ਤੇ ਜੇਹਲਮ ਦੇ ਪਹਾੜੀ ਖੇਤਰ ਨਾਲ ਸੰਬੰਧਿਤ ਹੈ। ਮੁਲਤਾਨੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ? ਪਾਕਿਸਤਾਨ ਦੇ ਮੁਲਤਾਨ ਖੇਤਰ, ਮੁਲਤਾਨ, ਡੇਰਾ ਗਾਜੀ ਖਾਨ, ਬਹਾਵਲਪੁਰ ਨਾਲ ਸੰਬੰਧਿਤ ਹੈ। ਡੋਗਰੀ ਜੰਮੂ, ਕਠੂਆ, ਉਧਮਪੁਰ, ਧਰਮਸ਼ਾਲਾ, ਕਾਂਗੜਾ ਅਤੇ ਸਿਆਲਕੋਟ ਵਿੱਚ ਬੋਲੀ ਜਾਂਦੀ ਹੈ। ਪਟਿਆਲੀ ਭਾਸ਼ਾ ਜ਼ਿਲ੍ਹਾ ਪਠਾਨਕੋਟ ਦਾ ਪਹਾੜੀ ਖੇਤਰ, ਦੁਨੇਰਾ, ਸ਼ਾਹਪੁਰ ਕੰਡੀ ਤੇ ਜ਼ਿਲ੍ਹਾ ਚੰਬਾ ਦਾ ਕੁਝ ਇਲਾਕਾ।
ਇਹ ਸਾਰੇ ਬੇਟਾ ਪੰਜਾਬ ਦੀਆਂ ਜੋ ਇਲਾਕੇ ਹਨ ਉਹਨਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਫਰਕ ਨਾਲ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਬੋਲੀ ਜਾਂਦੀ ਹੈ। ਔਰ ਇਹਨਾਂ ਭਾਸ਼ਾਵਾਂ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇੱਕ ਅਲੱਗ ਵੀਡੀਓ ਬਣਾ ਕੇ ਦੱਸਾਂਗੀ ਕਿ ਮਾਝੀ ਭਾਸ਼ਾ ਦੇ ਵਿੱਚ ਕਿੱਦਾਂ ਬੋਲਿਆ ਜਾਂਦਾ ਹੈ, ਦੁਆਬੀ, ਮਲਵਈ, ਪੁਆਧੀ, ਇਹ ਸਾਰੀਆਂ ਭਾਸ਼ਾਵਾਂ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੀ। ਸੋ ਇੱਕ ਵਾਰੀ ਆਪਾਂ ਇੰਟਰੋਡਕਸ਼ਨ ਦੇ ਵਿੱਚ ਹੀ ਇਹਨਾਂ ਦੇ ਬਾਰੇ ਜਾਣਨਾ ਕਿ ਹੁੰਦਾ ਕੀ ਹੈ, ਕਿਹੜੀਆਂ ਕਿਹੜੀਆਂ ਉਪ ਭਾਸ਼ਾਵਾਂ ਹੁੰਦੀਆਂ ਹਨ, ਇਹਨਾਂ ਨੂੰ ਡਿਟੇਲ ਦੇ ਵਿੱਚ ਆਪਾਂ ਇੱਕ ਅਲੱਗ ਵੀਡੀਓ ਦੇ ਵਿੱਚ ਸਿੱਖਾਂਗੇ, ਠੀਕ ਹੈ। ਸੋ ਇਹ ਸੀ ਪੂਰੀ ਆਪਣੀ ਭਾਸ਼ਾ ਕਿ ਭਾਸ਼ਾ ਇੱਕ ਸੰਚਾਰ ਦਾ ਸਾਧਨ ਹੁੰਦਾ ਹੈ ਜਿਹਦੇ ਨਾਲ ਕਿ ਆਪਾਂ ਆਪਣੀ ਗੱਲਬਾਤ ਇੱਕ ਦੂਸਰੇ ਨੂੰ ਸਮਝਾ ਸਕਦੇ ਹਾਂ। ਔਰ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਇੱਕ ਹੁੰਦੀ ਹੈ ਮੌਖਿਕ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ, ਦੂਸਰੀ ਹੁੰਦੀ ਹੈ ਲਿਖਤੀ ਭਾਸ਼ਾ। ਮੌਖਿਕ ਭਾਸ਼ਾ ਦੇ ਨਾਲ ਆਪਾਂ ਬੋਲ ਕੇ ਆਪਣੇ ਵਿਚਾਰ ਦੂਜਿਆਂ ਤੱਕ ਪ੍ਰਗਟ ਕਰਦੇ ਹਾਂ ਔਰ ਲਿਖਤੀ ਭਾਸ਼ਾ ਦੇ ਵਿੱਚ ਆਪਾਂ ਲਿਖ ਕੇ ਆਪਣੀ ਗੱਲ ਨੂੰ ਸਮਝਾਉਂਦੇ ਹਾਂ। ਉਸ ਤੋਂ ਬਾਅਦ ਹੁੰਦਾ ਹੈ ਕਿ ਭਾਸ਼ਾ ਆਪਾਂ ਕਿੱਥੋਂ ਕਿੱਥੋਂ ਸਿੱਖਦੇ ਹਾਂ, ਕਿਹੜੀ ਕਿਹੜੀ ਭਾਸ਼ਾ ਹੁੰਦੀ ਹੈ। ਇੱਕ ਹੁੰਦੀ ਹੈ ਮਾਂ ਬੋਲੀ ਹੁੰਦੀ ਹੈ, ਉਸ ਤੋਂ ਬਾਅਦ ਆ ਗਈ ਰਾਜ ਭਾਸ਼ਾ, ਫਿਰ ਆਉਂਦੀ ਹੈ ਰਾਸ਼ਟਰੀ ਭਾਸ਼ਾ, ਅੰਤਰਰਾਸ਼ਟਰੀ ਭਾਸ਼ਾ। ਮਾਂ ਬੋਲੀ ਆਪਾਂ ਆਪਣੇ ਪਰਿਵਾਰ ਤੋਂ ਸਿੱਖਦੇ ਹਾਂ ਜਿੱਥੇ ਆਪਾਂ ਰਹਿੰਦੇ ਹਾਂ, ਔਰ ਰਾਜ ਭਾਸ਼ਾ ਆਪਣੇ ਰਾਜ ਤੋਂ ਸਿੱਖਦੇ ਹਾਂ, ਆਪਣੀ ਸਟੇਟ ਤੋਂ ਸਿੱਖਦੇ ਹਾਂ, ਔਰ ਰਾਸ਼ਟਰੀ ਭਾਸ਼ਾ ਆਪਣੇ ਦੇਸ਼ ਦੀ ਭਾਸ਼ਾ ਹੁੰਦੀ, ਅੰਤਰਰਾਸ਼ਟਰੀ ਜਿਹੜੀ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਬੋਲੀ ਜਾਂਦੀ ਹੈ। ਔਰ ਉਸ ਤੋਂ ਬਾਅਦ ਹੁੰਦੀ ਹੈ ਉਪ ਭਾਸ਼ਾ। ਇੱਕ ਹੀ ਭਾਸ਼ਾ ਦੀ ਅੱਗੇ ਜਿਹੜੀ ਥੋੜੇ ਥੋੜੇ ਫਰਕ ਦੇ ਵਿੱਚ ਬੋਲਿਆ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਉਪ ਭਾਸ਼ਾ, ਠੀਕ ਹੈ ਬੇਟਾ। ਸੋ ਇਹ ਸੀ ਭਾਸ਼ਾ ਦਾ ਕੰਸੈਪਟ। ਅੱਗੇ ਆਉਂਦਾ ਹੈ ਲਿਪੀ। ਲਿਪੀ ਆਪਾਂ ਕਰਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ। ਸੋ ਤਦ ਤੱਕ ਤੁਸੀਂ ਇੱਕ ਵਾਰੀ ਭਾਸ਼ਾ ਦੇ ਪੂਰੇ ਕੰਸੈਪਟ ਨੂੰ ਸਮਝਣਾ ਹੈ। ਥੈਂਕ ਯੂ ਵੈਰੀ ਮਚ ਬੇਟਾ।